ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਜੋ ਵਿਚਾਰ ਲੜੀ ਚੱਲ ਰਹੀ ਹੈ ਸੂਰਜ ਪ੍ਰਕਾਸ਼, ਜਿਹੜੀ ਕਿਤਾਬ ਕਵੀ ਸੰਤੋਖ ਸਿੰਘ ਨੇ ਲਿਖੀ ਹੈ, ਵਿਚਾਰ ਲੜੀ ਦਾ ਚਲਾਉਣ ਦਾ ਸਾਡਾ ਮਕਸਦ ਇੱਕੋ ਹੀ ਹੈ ਕਿ ਇਸ ਗ੍ਰੰਥ ਵਿੱਚ ਸਿੱਖੀ ਨੂੰ ਖਤਮ ਕਰਨ ਲਈ ਬਹੁਤ ਸਾਰੇ ਤਰੀਕੇ ਵਰਤੇ ਗਏ ਨੇ। ਆਮ ਸਿੱਖ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਹ ਗ੍ਰੰਥ ਸਾਡੇ ਭਲੇ ਲਈ ਹੈ ਜਾਂ ਸਿੱਖੀ ਦੇ ਲਈ ਨੁਕਸਾਨਦੇਹ ਹੈ, ਕਿਉਂਕਿ ਨਿੱਤਾ ਪ੍ਰਤੀ ਇਸ ਗ੍ਰੰਥ ਦੀ ਕਥਾ ਗੁਰਦੁਆਰੇ ਸਾਹਿਬਾਨ ਵਿੱਚ ਹੁੰਦੀ ਹੈ। ਕਥਾਕਾਰ ਜੋ ਸ਼ੈਤਾਨੀ ਕਰਦੇ ਨੇ, ਵਿੱਚੋਂ ਛੱਡ ਕੇ ਕਥਾ ਕਰਦੇ ਨੇ ਅਤੇ ਮਤਲਬ ਵੀ ਉਹਦੇ ਅਰਥ ਵੀ ਆਪਣੇ ਮਨ ਪਾਉਂਦੇ ਕਰਦੇ ਨੇ। ਇਸ ਕਰਕੇ ਲੋਕਾਂ ਨੂੰ ਸਮਝ ਨਹੀਂ ਪੈਂਦੀ ਕਿ ਇਸ ਗ੍ਰੰਥ ਵਿੱਚ ਕੀ ਭੈੜਾ ਹੈ, ਕੀ ਖਰਾਬ ਹੈ। ਅੱਜ ਅਸੀਂ ਜਿਹੜੇ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ ਉਹ ਬੜਾ ਅਹਿਮ ਹੈ, ਪਰ ਆਮ ਸੰਗਤਾਂ, ਸਾਡੇ ਵਿਦਵਾਨ ਉਸ ਨੂੰ ਬਿਲਕੁਲ ਹੀ ਇਗਨੋਰ ਕਰਦੇ ਨੇ, ਉਸ ਤੋਂ ਕਿਨਾਰਾ ਕਰ ਲੈਂਦੇ ਨੇ, ਗੱਲ ਸਪਸ਼ਟ ਨਹੀਂ ਕਰਦੇ। ਇਹ ਗੱਲ ਜਿਹੜਾ ਇਤਿਹਾਸ ਅਸੀਂ ਇਸ ਗ੍ਰੰਥ ਵਿੱਚੋਂ ਚੁਣਿਆ ਹੈ, ਇਸ ਕਿਤਾਬ ਵਿੱਚੋਂ ਚੁਣਿਆ ਹੈ, ਉਹ ਉਸ ਸਮੇਂ ਦਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਪ੍ਰਚਾਰ ਫੇਰੀਆਂ ਲਈ ਰਵਾਨਾ ਹੋਏ। ਸੁਲਤਾਨਪੁਰ ਲੋਧੀ ਤੋਂ ਭਾਈ ਲਾਲੋ ਦੇ ਕੋਲ ਹੁੰਦੇ ਹੋਏ ਆਪਣੇ ਪਿੰਡ, ਆਪਣੇ ਮਾਤਾ ਪਿਤਾ ਅਤੇ ਰਾਏ ਬਲਾਰ ਨੂੰ ਮਿਲ ਕੇ ਉਹਨਾਂ ਅੱਗੇ ਜਾਣਾ ਸੀ। ਕਹਾਣੀ ਕਿੱਦਾਂ ਸ਼ੁਰੂ ਹੁੰਦੀ ਹੈ? ਇੱਕ ਦਿਨ ਦੀ ਗੱਲ ਹੈ, ਗੁਰੂ ਨਾਨਕ ਪਾਤਸ਼ਾਹ ਆਪਣੇ ਘਰ ਵਿੱਚ ਬੈਠੇ ਸਨ। ਉਹਨਾਂ ਦੀ ਮਾਤਾ ਜੀ ਨੇ ਬਹੁਤ ਸੁੰਦਰ, ਬਹੁਤ ਸੁਆਦੀ ਭੋਜਨ ਤਿਆਰ ਕਰਵਾਏ ਤਾਂ ਉਹ ਇੱਕ ਆਪਣੀ ਦਾਸੀ ਨੂੰ, ਉੱਤੇ ਉਹਦਾ ਹੈਡਿੰਗ ਹੈ, ਇਹ ਅਧਿਆਇ ਹੈ 43ਵਾਂ, ਅਤੇ ਉਹਦੇ ਹੈਡਿੰਗ ਵਿੱਚ ਲਿਖਿਆ ਹੋਇਆ ਹੈ ਰਾਏ ਬੁਲਾਰ। 43ਵੇਂ ਅਧਿਆਇ ਵਿੱਚ ਲਿਖਿਆ ਹੈ ਰਾਏ ਪ੍ਰਤੀ ਗਿਆਨ ਉਪਦੇਸ਼ ਅਤੇ ਤੁਲਸਾਂ ਦਾਸੀ। ਇੱਥੇ ਤੁਲਸਾਂ ਦਾਸੀ ਲਿਖਿਆ ਹੈ, ਪਰ ਅੱਗੇ ਪੂਰੀ ਕਹਾਣੀ ਵਿੱਚ ਤੁਲਸਾਂ ਦਾ ਨਾਮ ਨਹੀਂ ਆਏਗਾ, ਕਿਉਂਕਿ ਇਸ ਲਿਖਾਰੀ ਦਾ ਇੱਕ ਜੋ ਮਕਸਦ ਹੈ ਸੰਗਤਾਂ ਨੂੰ ਕਨਫਿਊਜ਼ ਕਰਨਾ, ਤਾਂ ਕਿ ਸੰਗਤਾਂ ਦੇ ਕੋਈ ਤੜ ਪੱਲੇ ਗੱਲ ਨਾ ਪੈ ਜਾਵੇ। ਇੱਥੇ ਹੈਡਿੰਗ 'ਚ ਤੁਲਸਾਂ ਦਾਸੀ ਲਿਖਿਆ, ਅੱਗੇ ਜਦੋਂ ਮਾਤਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਬੁਲਾਉਣ ਲਈ ਭੇਜਦੇ ਹਨ ਤਾਂ ਉੱਥੇ ਕੀ ਲਿਖਿਆ ਹੈ? ਉੱਥੇ ਲਿਖਿਆ ਹੈ ਇੱਕ ਦਾਸੀ ਨੂੰ ਕਿਹਾ। ਕਹਾਣੀ ਕਿਵੇਂ ਸ਼ੁਰੂ ਹੁੰਦੀ ਹੈ? ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਖਾਣਾ ਤਿਆਰ ਹੋ ਗਿਆ ਅਤੇ ਮਾਤਾ ਤ੍ਰਿਪਤਾ ਨੇ, ਗੁਰੂ ਨਾਨਕ ਦੇਵ ਜੀ ਦੇ ਮਾਤਾ ਨੇ ਇੱਕ ਦਾਸੀ ਨੂੰ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਬੁਲਾ ਕੇ ਲਿਆਓ, ਜਲਦੀ ਬੁਲਾ ਕੇ ਲਿਆਓ, ਖਾਣਾ ਠੰਡਾ ਨਾ ਹੋ ਜਾਵੇ। ਅਤੇ ਤੁਲਸਾਂ ਨਾਮ ਨਹੀਂ ਲਿਖਿਆ, ਦਾਸੀ ਲਿਖਿਆ। ਤਾਂ ਉਹ ਦਾਸੀ ਅੰਦਰ ਜਾਂਦੀ ਹੈ ਅਤੇ ਗੁਰੂ ਪਾਤਸ਼ਾਹ ਸੁੱਤੇ ਪਏ ਹਨ। ਉਹਨਾਂ ਸੁੱਤਿਆਂ ਪਿਆਂ ਨੂੰ ਉਸਨੇ ਉਠਾਇਆ ਨਹੀਂ। ਲਿਖਿਆ ਹੈ, ਆਪਾਂ ਪੂਰੀ ਇਬਾਰਤ ਉਹ ਪੜ੍ਹਾਂਗੇ। ਉਠਾਇਆ ਨਹੀਂ ਅਤੇ ਉਹਨਾਂ ਨੇ ਉਹਨਾਂ ਦੇ ਚਰਨਾਂ ਤੋਂ, ਪੈਰਾਂ ਤੋਂ ਚਾਦਰ ਚੁੱਕੀ। ਮਨ ਵਿੱਚ ਇਹ ਰੀਝ ਸੀ ਕਿ ਉਹਨਾਂ ਦੇ ਚਰਨ ਘੁੱਟਣੇ ਹਨ, ਪਰ ਫਿਰ ਹਿੰਮਤ ਨਹੀਂ ਕਰ ਪਾਈ। ਕੀ ਕੀਤਾ? ਆਪਣੇ ਮੂੰਹ ਨਾਲ, ਜੀਭ ਨਾਲ ਉਹਨਾਂ ਦੇ ਚਰਨ ਚੱਟਣ ਲੱਗ ਗਈ। ਜਦੋਂ ਚਰਨ ਚੱਟਣ ਲੱਗ ਗਈ ਤਾਂ ਜੋ ਕਹਾਣੀ ਸਾਖੀਕਾਰ ਨੇ ਲਿਖਿਆ ਹੈ ਕਿ ਉਸ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ, ਪਹਾੜਾਂ ਦੀ, ਦਰਿਆਵਾਂ ਦੀ, ਸਾਰੀ ਧਰਤੀ ਦੀ ਸੋਝੀ ਹੋ ਗਈ। ਉਹ ਕੀ ਦੇਖਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਸਮੁੰਦਰ ਵਿੱਚ ਗਏ, ਸਿੰਗਲਾ ਦੀਪ ਦੇ ਕੋਲ ਚਲੇ ਗਏ। ਉਹਨਾਂ ਦਾ ਇੱਕ ਸਿੱਖ ਸੀ ਭਾਈ ਮਨਸੂਖ, ਜੋ ਲਾਹੌਰ ਦੇ ਰਹਿਣ ਵਾਲਾ ਸੀ। ਉਸ ਦਾ ਜਹਾਜ਼ ਖਰਾਬ ਹੋ ਗਿਆ ਸੀ। ਉਸਨੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਕੀਤੀ, ਗੁਰੂ ਪਾਤਸ਼ਾਹ ਸਰੀਰ ਇੱਥੇ ਹੈ ਅਤੇ ਉਹਨਾਂ ਦੀ ਆਤਮਾ ਉਹ
ਸਮੁੰਦਰ ਵਿੱਚ ਚਲ ਗਈ। ਉੱਥੇ ਜਾ ਕੇ ਮਨਸੂਖ ਦਾ ਜਹਾਜ਼ ਠੀਕ ਕੀਤਾ, ਉਸ ਨੂੰ ਸਿੰਗਲਾਦੀਪ ਦੇ ਕਿਨਾਰੇ ਲਗਾ ਦਿੱਤਾ ਤੇ ਆਪ ਫਿਰ ਵਾਪਸ ਆ ਗਏ। ਜਦੋਂ ਤੁਲਸਾ ਨੇ ਉਦਾਸੀ ਨੇ ਚਰਨ ਚੱਟੇ ਤਾਂ ਉਸ ਨੂੰ ਗਿਆਨ ਹੋ ਗਿਆ ਤਾਂ ਉਸ ਨੇ ਆ ਕੇ ਮਾਤਾ ਜੀ ਨੂੰ ਕਿਹਾ, ਮੈਂ ਕਿਸ ਨੂੰ ਬੁਲਾਵਾਂ? ਉਹ ਤਾਂ ਸਮੁੰਦਰ ਵਿੱਚ ਕਿਸੇ ਸਿੱਖ ਦਾ ਜਹਾਜ਼ ਬੰਨੇ ਲਾਉਣ ਗਏ ਹਨ। ਤੇ ਮਾਤਾ ਨੂੰ ਗੁੱਸਾ ਆਇਆ ਵੀ ਇਹ ਕਿੱਦਾਂ ਦੀਆਂ ਉਲਟੀਆਂ ਸਿੱਧੀਆਂ ਗੱਲਾਂ ਕਰਦੀ ਹੈ। ਮਾਤਾ ਆਪ ਅੰਦਰ ਗਏ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਉਠਾਇਆ ਤੇ ਭੋਜਨ ਛਕਾਉਣ ਲਈ ਲੈ ਕੇ ਆ ਗਏ। ਅੰਦਾਜ਼ਾ ਲਗਾਓ, ਇੱਕ ਬੰਦਾ ਗਿਆ, ਉੱਥੇ ਨਹੀਂ ਹਨ ਗੁਰੂ ਨਾਨਕ ਪਾਤਸ਼ਾਹ, ਦੂਸਰਾ ਗਿਆ, ਉੱਥੇ ਹਨ। ਸਰੀਰ ਇੱਥੇ ਹੀ ਸੀ, ਆਤਮਾ ਉੜ ਕੇ ਚਲ ਗਈ ਸਮੁੰਦਰ ਵਿੱਚ, ਉੱਥੇ ਜਹਾਜ਼ ਨੂੰ ਠੀਕ ਕੀਤਾ, ਉੱਥੋਂ ਵਾਪਸ ਵੀ ਆ ਗਏ ਸਿੰਗਲਾਦੀਪ ਤੋਂ, ਔਰ ਮਾਤਾ ਜੀ ਉਠਾ ਕੇ ਲਿਆਏ। ਮਾਤਾ ਤ੍ਰਿਪਤਾ ਜੀ ਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਦੇਖੋ ਹੁਣ ਤਾਂ ਦਾਸੀ ਵੀ ਤੈਨੂੰ ਮਖੌਲ ਕਰਦੀ ਹੈ, ਉਹ ਵੀ ਠੱਠਾ ਕਰਦੀ ਹੈ ਕਿ ਉਹ ਤਾਂ ਜੀ ਜਹਾਜ਼ ਨੂੰ ਬੰਨੇ ਲਾਉਣ ਗਏ ਹਨ। ਜਦੋਂ ਇਹ ਵਚਨ ਗੁਰੂ ਪਾਤਸ਼ਾਹ ਨੇ ਸੁਣੇ ਤਾਂ ਗੁਰੂ ਪਾਤਸ਼ਾਹ ਨੇ ਕੀ ਕਿਹਾ? ਉਹਨਾਂ ਨੇ ਮਾਤਾ ਜੀ ਨੂੰ ਕਿਹਾ ਕਿ ਇਹ ਤਾਂ ਕਮਲੀ ਰਮਲੀ ਆ। ਜੋ ਗੁਰੂ ਪਾਤਸ਼ਾਹ ਦੇ ਮੂੰਹ 'ਚੋਂ ਇਹ ਵਚਨ ਨਿਕਲੇ ਤਾਂ ਉਹ ਸੱਚਮੁੱਚ ਹੀ ਦਾਸੀ ਜਿਹੜੀ ਕਮਲੀ ਹੋ ਗਈ। ਉਹ ਫਿਰ ਪੂਰਾ ਜੀਵਨ ਕਮਲੀ ਦੇ ਰੂਪ ਵਿੱਚ ਉਸਨੇ ਬਿਤਾਇਆ, ਉਸਨੇ ਸੁਰਤ ਨਹੀਂ ਸੰਭਾਲੀ, ਔਰ ਇਸੇ ਤਰ੍ਹਾਂ ਸੰਸਾਰ ਤੋਂ ਉਹ ਚਲਾਣਾ ਕਰ ਗਈ। ਪਰ ਅੱਗੇ ਪ੍ਰਭੂ ਦੇ ਦਰਬਾਰ ਵਿੱਚ ਉਹ ਪਹੁੰਚ ਗਈ, ਉਸ ਦਾ ਜੀਵਨ ਸਫਲ ਹੋ ਗਿਆ। ਇਹ ਕਹਾਣੀ ਜਿਹੜੀ ਲਿਖੀ ਹੈ, ਇਹ ਕਹਾਣੀ ਅਸੀਂ ਜੋ ਪੂਰੀ ਹੈ ਆਪਾਂ ਮੋਟੀ ਸਮਝੀ ਹੈ। ਹੁਣ ਅਸੀਂ ਇਸ ਕਹਾਣੀ ਨੂੰ ਇਸ ਤੋਂ ਸਮਝਾਂਗੇ ਕਿੱਥੋਂ? ਇਸ ਗ੍ਰੰਥ ਦੀ ਇਬਾਰਤ ਜਿਵੇਂ ਲਿਖੀ ਹੋਈ ਹੈ ਉਵੇਂ ਆਪਾਂ ਇਸ ਨੂੰ ਕਹਾਣੀ ਨੂੰ ਸਮਝਣਾ ਹੈ, ਤਾਂ ਕਿ ਸਾਨੂੰ ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜਾਏ ਕਿ ਭਾਈ ਇਹ ਬੰਦਾ ਤੇ ਆਪਣੇ ਕੋਲੋਂ ਹੀ ਗੱਲਾਂ ਬਣਾ ਰਿਹਾ ਹੈ। ਅਸੀਂ ਉਸ ਕਹਾਣੀ ਨੂੰ ਪੜ੍ਹਦੇ ਹਾਂ ਤੇ ਸਮਝਾਂਗੇ। ਗੁਰੂ ਜੀ ਆਪਣੇ ਘਰ ਬੈਠੇ ਸਨ। ਉਸ ਸਮੇਂ ਕਈ ਪ੍ਰਕਾਰ ਦੇ ਸਵਾਦੀ ਭੋਜਨ ਤਿਆਰ ਹੋ ਰਹੇ ਸਨ। ਰਸੋਈ ਵਿੱਚ ਤ੍ਰਿਪਤਾ ਮਾਤਾ ਆਪਣੇ ਪੁੱਤਰ ਵਾਸਤੇ ਭੋਜਨ ਤਿਆਰ ਕਰਵਾ ਰਹੀ ਸੀ। ਇੱਕ ਦਾਸੀ ਨੂੰ ਉਸਨੇ ਪਾਸ ਬੁਲਾਇਆ ਅਤੇ ਕਿਹਾ ਕਿ ਪੁੱਤਰ ਨੂੰ ਜਾ ਕੇ ਜਗਾ ਦੇਵੇ। ਕਹਿਣ ਲੱਗੀ, ਮਾਤਾ ਜੀ ਨੇ ਕਿਹਾ, ਕੀ ਕਹਿਣ ਲੱਗੀ? ਜਗਾ ਕੇ ਲਿਆ ਤਾਂ ਕਿ ਭੋਜਨ ਛੇਤੀ ਜਗਾ ਕੇ ਲਿਆ ਤਾਂ ਕਿ ਭੋਜਨ ਠੰਡਾ ਨਾ ਹੋ ਜਾਵੇ। ਕਈ ਪ੍ਰਕਾਰ ਦੇ ਤਿਆਰ ਕੀਤੇ ਭੋਜਨ ਨੂੰ ਉਹ ਆ ਕੇ ਖਾਵੇ। ਮਾਤਾ ਜੀ ਦੀ ਇਹ ਗੱਲ ਸੁਣ ਕੇ ਦਾਸੀ ਉੱਥੇ ਗਈ ਜਿੱਥੇ ਗੁਰੂ ਪਾਤਸ਼ਾਹ ਜੀ ਸੁੱਤੇ ਪਏ ਸਨ। ਹਿਰਦੇ ਵਿੱਚ ਜਗਾਉਣ ਦੀ ਅਭਿਲਾਸ਼ਾ ਸੀ, ਜਗਾਉਣ ਹੀ ਗਈ ਸੀ ਨਾ, ਪਰ ਸਮਝਦਾਰ ਸੀ। ਦੇਖੋ ਲਿਖਾਰੀ ਜੋ ਮਰਜ਼ੀ ਲਿਖੀ ਜਾ ਰਿਹਾ, ਤੁਸੀਂ ਕਿਸੇ ਨੂੰ ਜਗਾਉਣ ਗਏ ਆ, ਤੁਹਾਡਾ ਫਰਜ਼ ਬਣਦਾ ਆਵਾਜ਼ ਦੇਣੀ। ਜੇ ਤੁਸੀਂ ਬਜ਼ੁਰਗ ਹੈ ਤਾਂ ਕਹੋ ਕਾਕਾ ਜੀ ਉੱਠੋ ਭੋਜਨ ਛਕੋ। ਜੇ ਤੁਸੀਂ ਬਰਾਬਰ ਦੇ ਆ ਤਾਂ ਕਹੋ ਵੀਰ ਜੀ ਉੱਠੋ ਭੋਜਨ ਛਕੋ। ਜੇ ਨਹੀਂ ਉੱਠਦੇ ਕੋਈ ਖੜਾਕਾ ਕਰੋ, ਹੱਥ ਲਾਓ ਔਰ ਹੱਥ ਲਾ ਕੇ ਉਠਾ ਲਓ ਕਿ ਭਈ ਭੋਜਨ ਤਿਆਰ ਹੈ, ਉੱਠੋ। ਪਰ ਇੱਥੇ ਦੇਖੋ ਚਲਿੱਤਰ ਕਵੀ ਨੇ ਕੀ ਕੀਤਾ, ਇਸ ਦਾ ਪੂਰਾ ਵਿਸ਼ਲੇਸ਼ਣ ਆਪਾਂ ਕਰਾਂਗੇ, ਫਿਰ ਗੱਲ ਸਮਝ ਆਏਗੀ ਇਹ ਕਿਹੜਾ ਬੀਜ ਇਹ ਕਵੀ ਬੀਜ ਰਿਹਾ। ਉਹ ਜੋ ਕਵੀ ਨੇ ਬੀਜ ਇੱਥੇ ਬੀਜਿਆ ਸੀ, ਉਸ ਬੀਜ ਦੇ ਹੁਣ ਬਹੁਤ ਵੱਡੇ ਵੱਡੇ ਦਰਖਤ ਬਣ ਗਏ ਨੇ, ਔਰ ਉਹ ਦਰਖਤ ਜਿਹੜੇ ਨੇ ਅੱਜ ਸਿੱਖੀ ਨੂੰ ਜੜ ਤੋਂ ਖਤਮ ਕਰ ਰਹੇ ਨੇ। ਉਹ ਮੈਂ ਵਿਚਾਰ ਅੱਗੇ ਤੁਹਾਨੂੰ ਦੇਵਾਂਗਾ। ਹਿਰਦੇ ਵਿੱਚ ਜਗਾਉਣ ਦੀ ਅਭਿਲਾਸ਼ਾ ਸੀ, ਪਰ ਸਮਝਦਾਰ ਸੀ, ਇਸ ਲਈ ਆਵਾਜ਼ ਨਾ ਮਾਰੀ। ਗੁਰੂ ਜੀ ਦੇ ਚਰਨਾਂ ਤੋਂ ਕੱਪੜਾ ਪਰਾਂ ਕੀਤਾ, ਪਰ ਜਦ ਸੁੰਦਰ ਚਰਨਾਂ ਨੂੰ ਵੇਖਿਆ ਤਾਂ ਉਸ ਦੇ ਮਨ ਵਿੱਚ ਚਰਨਾਂ ਨੂੰ ਕੁੱਟਣ ਦੀ ਲਾਲਸਾ ਜਾਗੀ। ਕੰਮ ਕਿਹੜੇ ਗਈ ਸੀ? ਇੱਕ ਔਰਤ, ਇੱਕ ਨੌਜਵਾਨ ਮਰਦ ਕਮਰੇ ਵਿੱਚ ਹੈ, ਉਸ ਨੌਕਰਾਣੀ ਹੈ, ਘਰ ਦੀ ਟਹਿਲ ਸੇਵਾ ਕਰਨ ਵਾਲੀ ਹੈ। ਉਸ ਦੀ ਡਿਊਟੀ ਇਹ ਲੱਗੀ ਸੀ ਜਾ ਕੇ ਜਗਾ ਕੇ ਲਿਆਓ ਭੋਜਨ ਛਕਣਾ। ਪਰ ਇਹ ਕੀ ਕਰਨ ਲੱਗੀ? ਉਹਦੇ ਪੈਰਾਂ ਤੋਂ, ਚਰਨਾਂ ਤੋਂ ਇਸ ਨੇ ਚਾਦਰ ਚੁੱਕੀ
पैर कुट्टण की अभिलाषा सी, पर फिर मन बदल गया। पैर कुट्टण नूं छड्ड के इसने की कीता, अपने जीभ नाल उसदे पैरां नूं चट्टण लग पे। चरनां नूं कुट्टण की लालसा जागी, हिरदे विच परम प्रेम जागिया, पर चरनां नूं हथ लाउण की हिम्मत ना होई अते चरनां नूं जुबान नाल भाव जीभ नाल चट्टण लगी। अंदाज़ा लगाओ, एक औरत एक पराए नौजवान मर्द के कमरे में जाती है, ਉਹਦੇ पैरों तो चादर चुकती है, तो ਉਹਦੇ चरनां नूं जीभ नाल चट्टण लग जाती है। मान लो कवि की मान लो उपद्र कर रहा। सिख सुते पे ने, सिख सुते पे ने, एक औरत जानती है, एक नौजवान गुरु नानक पातशाह सुते पे ने, ਉਹਦੇ चरनां तो चादर चकदी है। अंदर दो ही ने, एक गुरु नानक पातशाह, एक वो दासी है। चरनां तो चादर चुक के चरनां नूं मूँह नाल चट्टण लग जाती है। मूँह नाल चट्टण वाली गल जिहड़ी है देखण नूं बहुत लगदी है कि एक लाइन 'च लिखिया होया, पर ये कवि वो बीज बीज रहा जिन्हां बीजां तो अज दरख्त सिख कौम विच बने हुए ने। ये चरनां नूं चट्टण दे चक्कर विच ही बहुत सारे बाबे अज जेल विच बैठे ने। आओ अगे देखते हैं। जब चरनां नूं जीभ लाई तां उसे वेले तिन्नां लोकां दी सोझी हो गई। दासी नूं तिन्ने लोकां दा ज्ञान हो गया। पिंड, नगर, जंगल, ਵੱਡੇ ਵੱਡੇ ਪਹਾੜਾਂ ਅਤੇ ਸਮੁੰਦਰਾਂ ਦੇ ਅੰਦਰ ਦੀ ਸੋਝੀ ਹੋ ਗਈ। ਵਾਹ! ਜਦ ਉਸ ਨੂੰ ਤਿੰਨ ਲੋਕਾਂ ਦੀ ਸੋਝੀ ਹੋ ਗਈ ਤਾਂ ਉਸ ਇੱਕ ਅਜੀਬ ਕੌਤਕ ਵੇਖਿਆ ਅਤੇ ਸ੍ਰੀ ਗੁਰੂ ਨਾਨਕ ਜੀ ਦਾ ਅਜੀਬ ਸਰੂਪ ਵੇਖਿਆ। ਲਾਹੌਰ ਦਾ ਜੋ ਮਨਸੁਖ ਸ਼ਾਹ ਸੀ, ਉਸ ਦਾ ਜਹਾਜ਼ ਸਮੁੰਦਰ ਵਿੱਚ ਚੱਲ ਰਿਹਾ ਸੀ। ਮਨਸੂਖ ਦੇ ਜਹਾਜ਼ ਵਿੱਚ ਕੋਈ ਨੁਕਸ ਪੈ ਗਿਆ ਅਤੇ ਉਹ ਡੋਲਣ ਲੱਗਾ। ਆਪਣੇ ਜਹਾਜ਼ ਨੂੰ ਖਤਰੇ ਵਿੱਚ ਪਿਆ ਵੇਖ ਕੇ ਮਨਸੂਖ ਬੜੇ ਪ੍ਰੇਮ ਨਾਲ ਗੁਰੂ ਨਾਨਕ ਦਾ ਸਿਮਰਨ ਕਰਨ ਲੱਗਾ। ਹੇ ਪ੍ਰਭੂ, ਦੀਨ ਬੰਧੂ ਅਤੇ ਪੂਰਨ ਗੁਰੂ ਨਾਨਕ ਦੇਵ ਜੀ, ਆ ਕੇ ਮੇਰੀ ਤੁਰੰਤ ਸਹਾਇਤਾ ਕਰੋ। ਨਿੱਜੀ ਆਰਾਧਨਾ ਸਮਝ ਕੇ ਅੰਤਰਜਾਮੀ ਗੁਰੂ ਜੀ ਸਮੁੰਦਰ ਵਿੱਚ ਚਲੇ ਗਏ। ਉਸ ਜਹਾਜ਼ ਨੂੰ ਕੰਢੇ ਤੇ ਪਹੁੰਚਾਇਆ ਅਤੇ ਮਨਸੂਖ ਇਹ ਸਭ ਕੁਝ ਵੇਖ ਕੇ ਹਿਰਦੇ ਵਿੱਚ ਬਹੁਤ ਖੁਸ਼ ਹੋਇਆ। ਇੱਕ ਪਾਸੇ ਜਿਹੜੀ ਦਾਸੀ ਹੈ ਉਹ ਚਰਨ ਚੱਟ ਰਹੀ ਹੈ, ਭਾਵ ਗੁਰੂ ਦਾ ਸਰੀਰ ਉੱਥੇ ਹੈ, ਪਰ ਗੁਰੂ ਦੀ ਆਤਮਾ ਗਈ ਹੈ, ਉਹ ਸਮੁੰਦਰ ਵਿੱਚ ਗਈ ਹੈ, ਜੋ ਕਿ 1000-1500 ਕਿਲੋਮੀਟਰ ਉਸ ਜਗ੍ਹਾ ਤੋਂ ਦੂਰ ਹੈ। ਉੱਥੇ ਜਾ ਕੇ ਸਿੰਗਲਾ ਦੀਪ ਵਿੱਚ ਉਹ ਜਹਾਜ਼ ਨੂੰ ਖਰਾਬ ਹੋਇਆ, ਔਰ ਖਰਾਬੀ ਵੀ ਜਹਾਜ਼ ਦੀ ਠੀਕ ਕਰ ਦਿੱਤੀ। ਅਗਰ ਗੁਰੂ ਪਾਤਸ਼ਾਹ ਨੇ ਠੀਕ ਕਰਨੀ ਸੀ, ਆਤਮਾ ਤੇ ਕੋਈ ਕੰਮ ਨਹੀਂ ਕਰ ਸਕਦੀ ਨਾ। ਅਗਰ ਉਹ ਇਲੈਕਟ੍ਰੀਕਲੀ ਕਰਨਾ ਸੀ ਤਾਂ ਫਿਰ ਇੱਥੋਂ ਬਟਨ ਪ੍ਰੈਸ ਕਰ ਦਿੰਦੇ। ਜੇ ਫਿਜ਼ੀਕਲ ਕਰਨਾ ਸੀ ਤੇ ਬੋਡੀ ਦੀ ਲੋੜ ਹੈ, ਸਰੀਰਕ ਰੂਪ ਵਿੱਚ ਕਰਨਾ ਸੀ ਕੋਈ ਕੰਮ ਤਾਂ ਸਰੀਰ ਚਾਹੀਦਾ ਨਾਲ। ਜੇ ਹਾਂ ਕੋਈ ਮਤਲਬ ਹਵਾ ਦੇ ਯੰਤਰ ਰਾਹੀਂ ਕਰਨਾ, ਫਿਰ ਤਾਂ ਮਤਲਬ ਉਹਨਾਂ ਨੂੰ ਇੱਥੋਂ ਜਾਣ ਦੀ ਲੋੜ ਨਹੀਂ, ਇੱਥੋਂ ਹੀ ਕਰ ਸਕਦੇ ਸੀ। ਖੈਰ ਕਵੀ ਦੀ ਮਰਜ਼ੀ ਆ, ਲਿਖ ਦਿੱਤਾ। ਅਤੇ ਇਸ ਕਰਕੇ ਮਨਸੂਖ ਬਹੁਤ ਖੁਸ਼ ਹੋਇਆ। ਦਾਸੀ ਨੇ ਇਹ ਸਾਰਾ ਨਜ਼ਾਰਾ ਵੇਖਿਆ ਅਤੇ ਫਿਰ ਤੁਰੰਤ ਉੱਥੇ ਗਈ ਜਿੱਥੇ ਗੁਰੂ ਜੀ ਦੇ ਮਾਤਾ ਜੀ ਬੈਠੇ ਸਨ ਅਤੇ ਜਾ ਕੇ ਕਿਹਾ, ਮੈਂ ਕਿਸ ਨੂੰ ਜਗਾਵਾਂ, ਉਹ ਤਾਂ ਜਹਾਜ਼ ਪਾਰ ਕਰਨ ਗਏ ਹਨ। ਜਦ ਆਪਣੇ ਨਿੱਜੀ ਸਿੱਖ ਦਾ ਕੰਮ ਕਰਦੇ ਹਨ ਤਾਂ ਉਸ ਦਾ ਜਹਾਜ਼ ਵੀ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ। ਤਦ ਮੈਂ ਉਹਨਾਂ ਨੂੰ ਕਿਵੇਂ ਜਗਾਉਂਦੀ? ਮੈਂ ਸਭ ਕੁਝ ਸੱਚ ਕਹਿ ਰਹੀ ਹਾਂ, ਇਸ ਵਿੱਚ ਰਤਾ ਭਰ ਵੀ ਝੂਠ ਨਹੀਂ। ਇਹ ਸੁਣ ਕੇ ਮਾਤਾ ਤ੍ਰਿਪਤਾ ਜੀ ਨੇ ਗੁੱਸੇ ਵਿੱਚ ਆ ਕੇ ਕੁਝ ਵਚਨ ਕਹੇ ਅਤੇ ਆਪ ਉੱਥੇ ਗਈ ਜਿੱਥੇ ਪੁੱਤਰ ਸੁੱਤਾ ਪਿਆ ਸੀ। ਉਸ ਨੂੰ ਜਗਾ ਕੇ ਭੋਜਨ ਕਰਵਾਇਆ ਅਤੇ ਬਾਅਦ ਵਿੱਚ ਇਹ ਵਚਨ ਕਹੇ, ਹੇ ਪੁੱਤਰ ਸੁਣੋ, ਤੁਹਾਡੀ ਹਾਲਤ ਵੇਖ ਕੇ ਅੱਜ ਦਾਸੀ ਨੇ ਵੀ ਮੇਰੇ ਪਾਸ ਤੁਹਾਡਾ ਹਾਸਾ ਉਡਾਇਆ ਹੈ। ਕਹਿ ਰਹੀ ਸੀ ਕਿ ਉਹ ਤਾਂ ਜਹਾਜ਼ ਪਾਰ ਕਰਨ ਗਏ ਸਨ, ਮੈਂ ਉਹਨਾਂ ਨੂੰ ਕਿਵੇਂ ਜਗਾਉਂਦੀ?
ਮਾਤਾ ਜੀ ਦੇ ਇਹ ਵਚਨ ਸੁਣ ਕੇ ਜਗ ਦੇ ਸੁਆਮੀ ਅਤੇ ਅੰਤਰਜਾਮੀ ਮੁਖ ਤੋਂ ਬੋਲੇ, ਕਮਲੀ ਰਮਲੀ ਨੇ ਅਜਿਹੇ ਵਚਨ ਕਹੇ ਹਨ, ਇਸ ਦੇ ਕਹੇ ਨੂੰ ਮੈਂ ਕਿਵੇਂ ਮੰਨ ਲਵਾਂ। ਇਹ ਕਹਿ ਕੇ ਜੰਗਲ ਵੱਲ ਚਲੇ ਗਏ ਅਤੇ ਇੱਕ ਇਕਾਂਤ ਸਥਾਨ ਤੇ ਜਾ ਬੈਠੇ। ਗੁਰੂ ਜੀ ਦੇ ਇਹ ਵਚਨ ਕਹਿਣ ਕਰਕੇ ਦਾਸੀ ਸਦਾ ਲਈ ਮਸਤਾਨੀ ਹੋ ਗਈ, ਪਾਗਲ ਹੋ ਗਈ ਅਤੇ ਉਸ ਨੂੰ ਆਪਣੀ ਸੁੱਧ ਬੁੱਧ ਭੁੱਲ ਗਈ। ਜਦ ਤੱਕ ਉਹ ਜਗਤ ਵਿੱਚ ਜਿਉਂਦੀ ਰਹੀ ਤਦ ਤੱਕ ਉਸ ਨੂੰ ਕੋਈ ਸੋਝੀ ਨਾ ਆਈ। ਜਦ ਇਸ ਭੂਤਕ ਦੇਹ ਨੂੰ ਛੱਡਿਆ ਤਾਂ ਹਰੀ ਦੇ ਘਰ ਚਲੀ ਗਈ, ਭਾਵ ਪੂਰਨ ਹੋ ਗਈ, ਪਰਮਾਤਮਾ ਵਿੱਚ ਅਭੇਦ ਹੋ ਗਈ। ਹੁਣ ਕੁਝ ਸਵਾਲ ਨੇ ਜਿਹੜੇ ਕਿ ਸਾਨੂੰ ਸਮਝਣੇ ਬਣਦੇ ਆ। ਇਸ ਸਾਖੀ ਨੂੰ ਆਮ ਤੌਰ 'ਤੇ ਸਾਡੇ ਸਿੱਖ ਸ਼ਰਧਾ ਵਸ ਪੜ੍ਹ ਕੇ ਐਵੇਂ ਗਾਹਾਂ ਚਲੇ ਜਾਂਦੇ ਆ। ਮੈਂ ਕੁਝ ਨੁਕਤੇ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਇਹਨਾਂ ਨੁਕਤਿਆਂ ਦੇ ਜਵਾਬ ਅਸੀਂ ਕਿਸੇ ਗੁਰਸਿੱਖ ਕੋਲ ਹੋਣ, ਖਾਸ ਕਰਕੇ ਉਹਨਾਂ ਗੁਰਸਿੱਖਾਂ ਕੋਲ ਜਿਹੜੇ ਇਸ ਕਿਤਾਬ ਨੂੰ, ਜੋ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਕਿਤਾਬ ਲਿਖੀ ਹੈ, ਜਿਹੜੇ ਇਹਦੇ ਹਮਾਇਤੀ ਨੇ, ਜਿਹੜੇ ਕਹਿੰਦੇ ਨੇ ਕਿਤਾਬ ਬਹੁਤ ਅੱਛੀ ਹੈ। ਕਿਹੜੇ ਕਿਹੜੇ ਦੂਸ਼ਣ ਇਸ ਸਾਖੀ ਵਿੱਚ ਗੁਰੂ ਪਾਤਸ਼ਾਹ ਦੇ ਸਿਰ 'ਤੇ ਇਸ ਕਵੀ ਨੇ ਲਾਏ ਹਨ, ਕਿਹੜੀਆਂ ਕਿਹੜੀਆਂ ਮਨਮਤ ਦੀਆਂ ਧਾਰਨਾਵਾਂ ਨੂੰ ਪੱਕਾ ਕੀਤਾ ਹੈ। ਆਓ ਸਿਲਸਿਲੇਵਾਰ ਅਸੀਂ ਉਸ ਨੂੰ ਸਮਝਦੇ ਹਾਂ। ਪਹਿਲੀ ਗੱਲ, ਪਹਿਲਾਂ ਲਿਖਿਆ ਗੁਰੂ ਨਾਨਕ ਸਾਹਿਬ ਘਰ ਬੈਠੇ ਸਨ, ਪਰ ਜਦੋਂ ਦਾਸੀ ਅੰਦਰ ਕਮਰੇ ਵਿੱਚ ਗਈ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੋਏ ਸਨ। ਹੁਣ ਇੱਕ ਨੌਕਰਾਣੀ, ਇੱਕ ਔਰਤ ਕਿਸੇ ਨੌਜਵਾਨ ਲੜਕੇ ਨੂੰ ਉਠਾਉਣ ਜਾ ਰਹੀ ਹੈ, ਕਿਉਂਕਿ ਉਸ ਦੀ ਮਾਤਾ ਨੇ ਕਿਹਾ ਕਿ ਉਸ ਨੂੰ ਉਠਾ ਕੇ ਬੁਲਾ ਕੇ ਲਿਆ ਤੇ ਆ ਕੇ ਉਹ ਭੋਜਨ ਛਕ ਲਵੇ। ਉਸਨੇ ਉਸ ਨੂੰ ਉਠਾਇਆ ਨਹੀਂ। ਸੁੱਤੇ ਨੂੰ ਉਠਾਉਣ ਦੇ ਤਰੀਕੇ ਹੈ, ਆਵਾਜ਼ ਮਾਰੋ, ਜੇ ਛੋਟਾ ਹੈ ਤੇ ਬੋਲੋ ਕਾਕਾ ਉੱਠੋ, ਜੇ ਬਰਾਬਰ ਦਾ ਤਾਂ ਉਹ ਆਖੋ ਵੀਰ ਜੀ ਉੱਠੋ। ਕਹਿਣ ਤੋਂ ਭਾਵ ਹੈ ਕਿ ਆਵਾਜ਼ ਦੇਣੀ ਹੈ। ਆਵਾਜ਼ ਨਾਲ ਨਹੀਂ ਉੱਠਦਾ ਕੋਈ ਤਾਂ ਕੋਈ ਖੜਕਾ ਕਰਨਾ, ਫਿਰ ਵੀ ਨਹੀਂ ਉੱਠਦਾ ਤਾਂ ਉਹਦੇ ਸਰੀਰ ਨੂੰ ਹਿਲਾਣਾ, ਇੱਥੋਂ ਤੱਕ ਤਾਂ ਤੁਹਾਡੀ ਲਿਮਟ ਹੈ। ਜਾਂ ਆ ਕੇ ਵਾਪਸ ਕਹਿ ਦੇਣਾ ਕਿ ਮੈਂ ਉਠਾਇਆ, ਆਵਾਜ਼ਾਂ ਬਹੁਤ ਮਾਰੀਆਂ, ਉਹ ਉੱਠਿਆ ਨਹੀਂ। ਅਗਰ ਹੱਥ ਵੀ ਨਹੀਂ ਲਾਉਣਾ ਚਾਹੁੰਦੇ ਕੋਈ ਗੱਲ ਨਹੀਂ, ਵਾਪਸ ਆ ਜਾਓ ਕਿ ਮੈਂ ਆਵਾਜ਼ਾਂ ਦੇ ਦੇ ਕੇ ਥੱਕ ਗਈ, ਉਹ ਨਹੀਂ ਉੱਠਿਆ। ਫਿਰ ਘਰ ਵਾਲਾ ਕੋਈ ਹੋਰ ਬੰਦਾ ਜਾਏਗਾ, ਕੋਈ ਪਰਾਏ ਮਰਦ ਨੂੰ ਹੱਥ ਲਾਉਣਾ ਵੀ ਤੇ ਗਲਤ ਹੈ। ਪਰ ਇਹ ਕਹਾਣੀ ਜਿਹੜੀ ਕਵੀ ਨੇ ਬਣਾਈ ਹੈ ਉਹ ਇਹ ਹੈ ਕਿ ਉਸਨੇ ਉਠਾਉਣਾ ਠੀਕ ਨਹੀਂ ਸਮਝਿਆ, ਉਸਨੇ ਬਹੁਤ ਸਮਝਦਾਰ ਹੋ ਸੀਗੀ, ਉਸਨੇ ਚਾਦਰ ਪੈਰਾਂ ਤੋਂ ਚੁੱਕੀ, ਕਿਸੇ ਸੁੱਤੇ ਬੰਦੇ ਤੋਂ ਉੱਤੋਂ ਕੱਪੜਾ ਚੱਕਣਾ, ਪਰਾਏ ਮਰਦ ਉੱਤੋਂ, ਪਰਾਈ ਔਰਤ ਉੱਤੋਂ, ਇਹਦਾ ਮਤਲਬ ਮੀਨੇ ਕੀ ਨਿਕਲਦਾ ਹੈ। ਉਸਨੇ ਚਰਨਾਂ ਤੋਂ ਕੱਪੜਾ ਚੱਕਿਆ, ਕੱਪੜਾ ਚੱਕ ਕੇ ਚਰਨ ਘੁੱਟਣੇ ਸੀ, ਪਰ ਫਿਰ ਕੀ ਹੈ, ਉਹ ਆਪਣੇ ਮੂੰਹ ਨਾਲ ਚੱਟਣ ਲੱਗ ਗਏ, ਆਪਣੀ ਜੀਭ ਨਾਲ ਚੱਟਣ ਲੱਗ ਗਏ। ਕਿਸੇ ਪਰਾਏ ਮਰਦ ਨੂੰ ਕੋਈ ਪਰਾਈ ਔਰਤ ਆਪਣੇ ਮੂੰਹ ਨਾਲ ਚੱਟਦੀ ਹੈ, ਇਸ ਦਾ ਅਰਥ ਸਮਝ ਲੈਣਾ ਕੀ ਹੁੰਦਾ ਹੈ। ਇਹ ਪਤਾ ਕੀ ਹੈ, ਇਹ ਸਾਡੇ ਪੁਜਾਰੀਆਂ ਨੇ ਉਹ ਬੀਜ ਬੀਜਿਆ ਜਿਹੜਾ ਦੇਵਦਾਸੀਆਂ ਵਾਲਾ ਸੀ, ਜਿਹੜਾ ਔਰਤ ਨੂੰ ਇੱਕ ਵਰਤਣ ਵਾਲੀ ਚੀਜ਼ ਸਮਝਦੇ ਸਨ, ਉਹ ਬੀਜ ਬੀਜਿਆ ਕਿਵੇਂ ਦੂਜੇ ਢੰਗ ਨਾਲ ਔਰਤ ਵੱਲੋਂ ਪਹਿਲ ਕਰਕੇ। ਔਰ ਆਹ ਜਿਹੜੀਆਂ ਕਹਾਣੀਆਂ, ਇਹ ਸਾਡੇ ਜਿਹੜੇ ਵੱਡੇ ਵੱਡੇ ਬਾਬੇ ਬਹੁਤੇ ਜੇਲ੍ਹਾਂ ਵਿੱਚ ਬੈਠੇ ਨੇ, ਉਹ ਇਹੀ ਕਹਾਣੀਆਂ ਸੁਣਾਉਂਦੇ ਨੇ ਬੀਬੀਆਂ ਨੂੰ। ਦੇਖੋ ਜੀ, ਜੇ ਕੋਈ ਹਿੰਦੂ ਬੀਬੀ ਉਹਨੂੰ ਕ੍ਰਿਸ਼ਨ ਮਹਾਰਾਜ ਦੀਆਂ ਕਹਾਣੀਆਂ ਸੁਣਾ ਦੇਣੀਆਂ ਗੋਪੀਆਂ ਵਾਲੀਆਂ, ਜੇ ਕੋਈ ਸਿੱਖ ਬੀਬੀ ਉਹਨੂੰ ਆਹ ਕਹਾਣੀ ਸੁਣਾਣੀ, ਦੇਖੋ ਜੀ ਉਸਨੇ ਚਰਨਾਂ ਨੂੰ ਚਟਿਆ ਸੀ ਗੁਰੂ ਨਾਨਕ ਦਿਆਂ ਨੂੰ, ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ, ਉਹ ਮੁਕਤ ਹੋ ਗਈ। ਹਰ ਬੰਦਾ ਮੁਕਤ ਹੋਣਾ ਚਾਹੁੰਦਾ, ਅਗਿਆਨਤਾ ਹੈ। ਇਵੇਂ ਜਾ ਕੇ ਬੀਬੀਆਂ ਬਾਬਿਆਂ ਦੇ ਚਰਨ ਚੱਟਦੀਆਂ ਨੇ। ਚਰਨ ਚੱਟਣਾ ਮਤਲਬ ਸਮਝ ਲਓ, ਸੁੱਤਾ ਹੋਇਆ ਬੰਦਾ, ਉਹਦੇ ਤੁਸੀਂ ਪੈਰ ਨੰਗੇ ਕਰਕੇ, ਲੱਤਾਂ ਨੰਗੀਆਂ ਕਰਕੇ ਆਪਣੀ ਜੀਭ ਨਾਲ ਚੱਟਣਾ, ਤੇ ਫਿਰ ਸਾਰੇ ਉਪੱਦਰ, ਸਾਰੇ ਕੁਕਰਮ ਸਮਾਜ ਦੇ ਉੱਥੇ ਹੁੰਦੇ ਆ। ਉਹਨੇ ਜੜ ਲਾ ਲਈ, ਗੁਰੂ ਨਾਨਕ ਦੇ ਨਾਲ ਕਰਦਾ, ਉਹ ਸਿੱਖ
चुपचाप सुत्ते कहानियां सुन रहे हैं। इस ग्रंथ नूं पढ़दे पा के रमाले पा के इहदी कथा करते हैं। ਇਹ ਜਿਹੜੀ ਜੜ ਲਾਈ ਸੀ, ਬੀਜ ਬੀਜਿਆ ਸੀ ਕਵੀ ਸੰਤੋਖ ਸਿੰਘ ਨੇ, ਉਹਦਾ ਹੁਣ ਪੇੜ ਬਣਿਆ ਹੋਏ, ਦਰਖਤ ਬਣੇ ਹੋਏ ਨੇ। ਕਦੀ ਧਨਵੰਤ ਸਿੰਘ ਆ ਜਾਂਦਾ, ਕਦੀ ਸੱਚੇ ਸੌਦੇ ਵਾਲਾ ਆ ਜਾਂਦਾ। ਉਸ ਕਹਾਣੀਆਂ ਨੂੰ ਸੁਣਾ ਸੁਣਾ ਕੇ ਲੋਕਾਂ ਨੂੰ ਵਰਗਲਾ ਕੇ ਸਭ ਉਹ ਪੱਧਰ ਕਰਦੇ ਨੇ। ਪਰ ਸਿੱਖ ਇਸ ਗੱਲ ਨੂੰ ਸ਼ਰਧਾ ਬਥ ਲੈਂਦੇ। ਉਹ ਦਾਸੀ ਦੇ ਕਪਾਟ ਖੁੱਲ੍ਹ ਗਏ, ਤਿੰਨਾਂ ਦੁਨੀਆ ਦੀ ਉਹਨੂੰ ਗਿਆਨ ਹੋ ਗਿਆ। ਉਹਨੂੰ ਜਾਇਜ਼ ਸਹੀ ਕਰੀ ਜਾਂਦੇ ਨੇ। ਇੱਕ ਪਰਾਈ ਔਰਤ ਪਰਾਏ ਨੌਜਵਾਨ ਮਰਦ ਦੇ ਪੈਰ ਪੇ ਚੜ੍ਹਦੀ ਆਪਣੀ ਜੀਭ ਨਾਲ, ਉਹਦਾ ਸਰੀਰ ਪਿਆ ਚੜ੍ਹਦੀ ਆਪਣੀ ਜੀਭ ਨਾਲ। ਕਿਆ ਖੂਬ ਹੈ। ਹੁਣ ਇੱਥੇ ਹੋਰ ਨੁਕਤੇ ਅੱਗੇ ਹੈ। ਇਹ ਤਾਂ ਇਹ ਗੱਲ ਹੋ ਗਈ। ਦੂਜੀ ਗੱਲ ਹੈ ਕਿ ਉਹ ਜਹਾਜ਼ ਨੂੰ ਠੀਕ ਕਰਨ ਗਏ ਗੁਰੂ ਪਾਤਸ਼ਾਹ। ਵੀ ਜੇਕਰ ਹਵਾ 'ਚ ਗੱਲਾਂ ਕਰਨੀਆਂ ਤਾਂ ਫਿਰ ਉਹਨ ਉੱਥੋਂ ਅਰਦਾਸ ਕੀਤੀ, ਅਰਦਾਸ ਇੱਥੇ ਪਹੁੰਚ ਗਈ, ਉੱਥੇ ਨੁਕਤਾ ਇੱਥੇ ਆਪਣਾ ਭੇਜ ਦਿੰਦੇ ਬਾਈ ਏਅਰ ਹੀ ਸਮਥਿੰਗ ਕਿ ਭਈ ਉਹਦਾ ਜਹਾਜ਼ ਠੀਕ ਹੋ ਜਾਂਦਾ। ਇੱਥੋਂ ਹੀ ਜਾਦੂ ਕਰ ਦਿੰਦੇ। ਜਾਣ ਦੀ ਕੀ ਲੋੜ ਸੀ, ਕਿਉਂਕਿ ਆਤਮਾ ਜਾ ਕੇ ਵੀ ਤਾਂ ਉੱਥੇ ਫਿਜ਼ੀਕਲੀ ਕੁਛ ਨਹੀਂ ਕਰ ਸਕਦੀ। ਆਤਮਾ ਗਈ ਨਾ, ਸਰੀਰ ਤਾਂ ਇੱਥੇ ਉਦਾਸੀ ਚੱਟ ਰਹੀ ਸਰੀਰ ਨੂੰ ਤਾਂ। ਠੀਕ ਹੈ, ਖੈਰ ਜਹਾਜ਼ ਠੀਕ ਹੋ ਗਿਆ। ਮੰਨ ਲਓ ਕਰਾਮਾਤ ਗੱਲਾਂ ਕਰਨੀਆਂ ਨੇ, ਜਹਾਜ਼ ਬੰਨੇ ਵੀ ਲੱਗ ਗਿਆ। ਓਕੇ, ਆ ਗਏ, ਮੰਨ ਗਏ, ਓਕੇ, ਅੱਗੇ ਚਲੋ। ਹੁਣ ਗੱਲ ਇਹ ਹੈ ਵੀ ਜਦੋਂ ਮਾਤਾ ਜੀ ਉਠਾਲਣ ਗਏ ਗੁਰੂ ਨਾਨਕ ਪਾਤਸ਼ਾਹ ਉੱਥੇ ਹੀ ਸੀ। ਮਤਲਬ ਅੱਖ ਦੇ ਫੋਰ ਵਿੱਚ ਉਹ ਸਮੁੰਦਰ 'ਚ ਪਹੁੰਚ ਗਏ, ਅੱਖ ਦੇ ਫੋਰ ਵਿੱਚ ਵਾਪਸ ਆ ਗਏ। ਕਰਾਮਾਤ ਤੋਂ ਬਗੈਰ ਤਾਂ ਨਹੀਂ ਹੋ ਸਕਦਾ ਕੁਛ। ਆਤਮਾ ਕੋਈ ਕੰਮ ਕਰ ਨਹੀਂ ਸਕਦੀ, ਸਾਰਾ ਫਿਜ਼ੀਕਲ ਕੰਮ ਤੇ ਸਰੀਰ ਕਰਦਾ। ਇਹ ਨੁਕਤੇ ਨੋਟ ਕਰੀ ਜਾਣੇ, ਕਿੰਨੀਆਂ ਗਲਤੀਆਂ ਨੇ ਇਹਦੇ ਵਿੱਚ। ਅੱਗੇ ਚਲੋ। ਅੱਗੇ ਗੱਲ ਇਹ ਹੈ ਕਿ ਜਿਹੜੀ ਗੱਲ ਅੰਦਰ ਹੋਈ ਸੀ ਚਰਨ ਚੱਟਣ ਵਾਲੀ, ਹੁਣ ਗੁਰੂ ਨਾਨਕ ਪਾਤਸ਼ਾਹ ਤਾਂ ਇੱਥੇ ਹੈ ਨਹੀਂ ਸੀ, ਕਿਉਂਕਿ ਉਹਨਾਂ ਦੀ ਤਾਂ ਸਰੀਰ ਪਿਆ ਸੀ, ਆਤਮਾ ਹੈ ਨਹੀਂ ਸੀ। ਇਹਦਾ ਮਤਲਬ ਉਹ ਤਾਂ ਇੱਕ ਤਰ੍ਹਾਂ ਜਿਵੇਂ ਬੋਡੀ ਪਈ ਸੀ, ਉਹ ਬਿਨਾਂ ਕਿਸੇ ਐਕਸ਼ਨ ਤੋਂ, ਬਿਨਾਂ ਕਿਸੇ ਸੋਚ ਤੋਂ। ਅਤੇ ਇਹ ਗੱਲ ਕਿਸ ਨੇ ਦੱਸੀ ਕਿ ਕਵੀ ਨੂੰ, ਭਾਈ ਬਾਲਾ ਜਿਹੜਾ ਨਕਲੀ ਬਣਾਇਆ, ਉਸ ਨੂੰ ਕਿਸ ਨੇ ਦੱਸੀ ਕਿ ਅੰਦਰ ਦਾਸੀ ਗਈ ਸੀ, ਤੁਲਸਾ ਦਾਸੀ, ਉਸਨੇ ਪੈਰ ਚੱਟੇ, ਉਸ ਨੂੰ ਤਿੰਨਾਂ ਦੁਨੀਆ ਦਾ ਗਿਆਨ ਹੋ ਗਿਆ। ਇਹ ਗੱਲਾਂ ਜਿਹੜੀਆਂ ਵੱਧ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਅਤੇ ਤੁਲਸਾ ਨੂੰ ਪਤਾ ਸੀ। ਤੁਲਸਾ ਦੇ ਜਦੋਂ ਗੁਰੂ ਨਾਨਕ ਸਾਹਿਬ ਨੇ, ਜਦੋਂ ਮਾਤਾ ਜੀ ਨੇ ਕਿਹਾ ਵੀ ਇਹ ਤੇਰੇ ਬਾਰੇ ਉਲਟੀਆਂ ਗੱਲਾਂ ਕਰਦੀ ਹੈ, ਤੂੰ ਜਹਾਜ਼ ਕਿਸੇ ਦਾ ਬੇੜਾ ਬੰਨੇ ਲਾਉਣ ਗਿਆ, ਤਾਂ ਉਸ ਵੇਲੇ ਗੁਰੂ ਪਾਤਸ਼ਾਹ ਨੇ ਕਹਿਤਾ ਕਮਲੀ ਰਮਲੀ ਹੋ ਗਈ ਆ। ਉਹ ਤਾਂ ਪਾਗਲ ਹੋ ਗਈ ਸੀ, ਉਹ ਤਾਂ ਕਿਸੇ ਨੂੰ ਕੋਈ ਦੱਸ ਹੀ ਨਹੀਂ ਸਕਦੀ। ਪਾਗਲ ਬੰਦੇ ਦਾ ਕੋਈ ਵਿਸ਼ਵਾਸ ਨਹੀਂ ਕਰਦਾ, ਕੋਈ ਦੱਸੇ ਵੀ ਤਾਂ। ਹੁਣ ਬਾਕੀ ਬੱਚੇ ਗੁਰੂ ਨਾਨਕ ਪਾਤਸ਼ਾਹ ਉੱਥੇ ਹੈ ਹੀ ਨਹੀਂ ਸੀ, ਉਹ ਤਾਂ ਸਮੁੰਦਰ 'ਚ ਗਏ ਹੋਏ ਸੀ। ਇਹ ਕਿਹੜੇ ਬੰਦੇ ਨੇ ਭਾਈ ਨਕਲੀ ਭਾਈ ਬਾਲੇ ਨੂੰ ਜਾਂ ਕਵੀ ਸੰਤੋਖ ਸਿੰਘ ਨੂੰ ਇਹ ਗੱਲ ਦੱਸ ਦਿੱਤੀ ਕਿ ਉਹ ਤੁਲਸਾ ਅੰਦਰ ਗਈ ਸੀ, ਅੰਦਰ ਤਾਂ ਕੋਈ ਹੈ ਨਹੀਂ ਸੀ, ਨਾ CCTV ਕੈਮਰੇ ਸਨ। ਇਹ ਕਿੱਥੋਂ ਇਹਦੇ ਮਨ ਦੇ ਵਿੱਚ ਕਹਾਣੀ ਆਈ ਕਿ ਉਹ ਅੰਦਰ ਗਈ, ਉਹਦੇ ਮਨ ਵਿੱਚ ਆਇਆ, ਉਸਨੇ ਚਾਦਰ ਚੁੱਕੀ, ਉਹ ਚਰਨ ਘੁੱਟਣਾ ਚਾਹੁੰਦੀ ਸੀ, ਕਿਉਂਕਿ ਜੇ ਦੱਸਣੇ ਉਹ ਤਾਂ ਪਾਗਲ ਹੋ ਗਈ, ਉਹ ਤਾਂ ਪਾਗਲ ਹੋ ਗਈ। ਔਰ ਪੂਰੀ ਸਾਖੀ ਵਿੱਚ ਕਿਤੇ ਦੱਸਿਆ ਨਹੀਂ ਕਿ ਉਸੇ ਵੇਲੇ ਉਸਨੇ ਮਾਤਾ ਤ੍ਰਿਪਤਾ ਨੂੰ ਦੱਸਿਆ ਹੋਵੇ ਬਈ ਮੈਂ ਚਰਨ ਚੱਟੇ ਸੀ, ਮੈਨੂੰ ਇੱਦਾਂ ਗਿਆਨ ਹੋ ਗਿਆ, ਉਹਦੇ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ। ਇਹ ਕਿਤੇ ਕੋਈ ਜ਼ਿਕਰ ਨਹੀਂ ਹੈ। ਇਹਦਾ ਮਤਲਬ ਜੋ ਕਵੀ ਦੇ ਸੰਤੋਖ ਸਿੰਘ ਦੇ ਮਨ ਵਿੱਚ ਆ ਗਿਆ, ਉਹ ਕਹਾਣੀ ਲਿਖ ਲਿੱਤੀ। ਪਰ ਬਦਕਿਸਮਤੀ ਸਾਡੀ ਹੈ ਸਿੱਖਾਂ ਦੀ, ਅਸੀਂ ਉਸ ਹਰ ਚੀਜ਼ ਨੂੰ ਉਵੇਂ ਮੰਨੀ ਜਾ ਰਹੇ ਹਾਂ। ਹੈ ਨਾ ਕਮਾਲ। ਉਹ ਸਾਨੂੰ ਬੁੱਧੂ ਬਣਾ ਰਿਹਾ ਸੀ, ਅਸੀਂ ਬੁੱਧੂ ਬਣ ਰਹੇ ਹਾਂ। ਫਿਰ ਆ ਵਰ ਸਰਾਪ ਵਾਲੀ ਗੱਲ ਹੋ ਗਈ। ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਸਰਾਪ ਦੇ ਦਿੱਤਾ, ਇੱਕ ਸਿੱਧੇ ਚੰਗੇ ਭਲੇ ਬੰਦੇ ਨੂੰ ਪਾਗਲ ਕਰ ਦੇਣਾ। ਗੁਰੂ ਨਾਨਕ ਪਾਤਸ਼ਾਹ, ਇਹ ਤਾਂ ਮੰਨ ਲਓ ਗੁਰਮਤਿ ਵਿੱਚ ਵਰ ਸਰਾਪ ਵੀ ਹਨ, ਗੁਰਮਤਿ ਵਿੱਚ ਕਰਾਮਾਤ ਵੀ ਹੈ, ਔਰ ਗੁਰਮਤਿ ਵਿੱਚ ਮਤਲਬ ਇਹ ਲਿਖਣ ਵਾਲਿਆਂ ਨੂੰ ਬਾਅਦ ਦੇ ਵਿੱਚ ਇਲਮ ਵੀ ਹੋ ਜਾਂਦਾ ਕਿ ਉਹਨ ਚਾਦਰ ਚੱਕੀ ਸੀ, ਉਹਨ ਪੈਰ ਚੱਟੇ ਸੀ, ਉਹਨੇ ਇਹ ਕੀਤਾ ਸੀ। ਅਸਲ ਮਕਸਦ ਇਸ ਲਿਖਾਰ ਹੋਰ ਸੁਣੋ। ਮੰਨ ਲਓ ਇਹ ਸਾਰੀ ਕਹਾਣੀ ਹੁਣ ਤੱਕ ਸਹੀ ਹੈ। ਕੀ ਹੈ ਕਿ ਦਾਸੀ ਅੰਦਰ ਗਈ, ਉਹਨ ਚਾਦਰ ਚੱਕੀ, ਉਹਨ ਪੈਰ ਚੱਟੇ। ਮੰਨ ਲਓ ਸਾਰੀ ਗੱਲ ਸਹੀ ਹੈ,
और उन्होंने ज्ञान हो गया। मान लो ये भी सही है, उन्होंने तिन्ना लोगों का ज्ञान हो गया। मान लो ये भी गल सही है कि गुरु नानक पातशाह समुद्र में अपने सिख का बेड़ा बन्ने लाउन, जहाज बन्ने लाउन गए, मान लो, सपोज कर लो, तो फिर वो दासी ने की गलती की? उन तो जो देखिया उही दसिया सी। फिर गुरु नानक पातशाह ने झूठ क्यों बोलिया? फिर ये तो कमली रमली है, ਇਹਦਾ कहना किद्दां मान ला? ਇਹਦਾ कहना किद्दां मान ला? भा मैं नहीं गया, मैं तो इत्थे ही सी। मान लो गुरु नानक साहब झूठे हैं, वो उन्हां दे पैर चट रही, क्या कहानियाँ, कपोल कहानियाँ। कोई इहदे विचों सेध मिलेगी किसी नूं अगर मिलती है तो वीरो दस दिओ। गुरु नानक पातशाह नूं झूठा सिद्ध कर दिता। वो एक जवान औरत एक जवान मर्द दे पराई औरत आके पैर चट रही है। की कहना चाहते? कमरे च दोनों ने, कमरे च दो ही ने, एक गुरु नानक पातशाह ने और दूजा दासी तुलसा। होर की चाहते हैं? अज जिन्ने बाबे जेलों में बैठे ने उन्होंने ये कहानियां मूँह जवानी याद है। वो तो मूँह जवानी सुनाते तो फिर वो अपन चेलियां नूं कहंदे ने वह ग्रंथ पढ़ो, ऐसी रोज़ कथा होंदी है। गुरु नानक पातशाह दे चरण चट्टे सी, वो जिसने चरण चट्टे वो जीवन सफल हो गया। उसनूं तिन्ना लोकां दी सोझी हो गई। जे तुसी भी तिन्ना लोकां दी सोझी करना चाहुंदियां हो तो महापुरुषां दी सेवा करिया करो, उन्हां दे चरण चट्टिया करो। वो महापुरुषां नूं आप कहण दी लोड़ नहीं, उन्हां को बहुत तनख्वाहदार बंदे बैठे गल दस्सण। ये गल लोकां 'च प्रचार करन लई उन्हां को बहुत तनख्वाहदार बंदे बैठे आ। ते फिर वो पद्धर धनवंत सिंह वाली गल सारिआं नूं पता, 10 साल की कैद कट्टी, सच्चे सौदे वाला जेल 'च बैठा है। ये तो थोड़ियां गल्लां, बहुत बाबे ने और इहो जिहा बहुत कुछ सिख धर्म से होर हो रहा। यही कारण है कि इस ग्रंथ नूं साडा पुजारी लाना, जिन्हां दी रोजी रोटी धर्म तो चलती है, वो इस ग्रंथ का बिल्कुल भी विरोध नहीं करता, क्योंकि उन्हां दी सारी इज्जत सारी शानो शौकत इन्हां कपोल कथावां उत्ते ही है। ये सिखां नूं जागना है, गुरु ग्रंथ साहब दे सिख बनना है। इन्हां ग्रंथां तो अपना पिछा छडाउणा, जे नहीं छडाउणा तो जिन्ना मर्जी जोर ला लो, सिक्खी अगे नहीं वधनी ते असी तुसी सिख नहीं बन सकते जे इन्हां ग्रंथां ते अपना अकीदा विश्वास रखना। ते अज दी विचार इन्नी की विचार करदे हां, कई तरह की भुल्लां गलतियां हो गई होणगियां, माफ़ करना। ये आप एनालाइज करना, विश्लेषण करना कि इहदे विचों तुहानूं किहड़ी सेध मिलदी है जिस नाल तुसीं, तुहाडा परिवार, तुहाडे बच्चे, साडा समाज कुछ चंगी गल सीख सकदा। आओ फतेह बुलाइए। एक बार फिर बेनती कर देवां कि भाई अगर तुहानूं ये उद्यम चंगा लगदा है तो वीडियो नूं वध तों वध शेयर करो और मेरे चैनल नूं सबसक्राइब करो। आओ फतेह बुलाइए। वाहिगुरू जी का खालसा, वाहिगुरू जी की फतेह।